ਪਿਆਰੇ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਦੋਸਤੋ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਨੂੰ ਵੇਖਣ ਦੇ ਲਈ ਇਸ ਦੇ ਵਿੱਚ ਸ਼ਾਮਿਲ ਹੁੰਦੇ ਹੋ। ਪਰਮੇਸ਼ਰ ਦੇ ਵਚਨ ਦੇ ਪ੍ਰਤੀ ਤੁਹਾਡੀ ਇਸ ਦਿਲਚਸਪੀ ਦੇ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 12ਵੇਂ ਅਧਿਆਇ ਦਾ ਅਧਿਐਨ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜੀ ਉੱਠਣ ਵਾਲੇ ਲੋਕਾਂ ਦੇ ਬਾਰੇ ਜਾਣਿਆ। ਅੱਜ ਅਸੀਂ ਇਸੇ ਵਿਸ਼ੇ ਨੂੰ ਅੱਗੇ ਵਧਾਵਾਂਗੇ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਇਸ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਪ੍ਰੋਗਰਾਮ ਤੋਂ ਜ਼ਰੂਰ ਆਸ਼ੀਸ਼ ਪਾਓਗੇ। ਤਾਂ ਫਿਰ ਦੋਸਤੋ, ਆਓ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਅਤੇ ਯਿਸੂ ਮਸੀਹ ਨਾਲ ਉਸ 1000 ਸਾਲ ਵਿੱਚ ਰਾਜ ਕਰੇਗਾ, ਜਿਸ ਦਾ ਰਾਜਾ ਪ੍ਰਭੂ ਯਿਸੂ ਹੋਵੇਗਾ। ਸਭ ਤੋਂ ਪਹਿਲਾਂ ਪਰਮੇਸ਼ਰ ਦੇ ਲੋਕ, ਫਿਰ ਉਹਨਾਂ ਵਿੱਚ ਇੱਕ ਭਾਗ ਜਿਹੜਾ ਇਸ ਵੱਡੇ ਕਸ਼ਟ ਵਿੱਚੋਂ ਬਚਾਇਆ ਜਾਵੇਗਾ। ਇੱਕ ਨਿਸ਼ਚਿਤ ਗਿਣਤੀ ਯਹੂਦੀਆਂ ਦਾ 1/3 ਭਾਗ ਬਚਾਇਆ ਜਾਵੇਗਾ। ਭਾਗ ਐੜਾ ਜੀ ਉੱਠੇ ਲੋਕ। ਹੁਣ ਦੂਜੀ ਕਿਸਮ ਦੇ ਲੋਕ ਅਰਥਾਤ ਜਾਗ ਉੱਠੇ ਲੋਕਾਂ ਤੇ ਧਿਆਨ ਦਿਓ। ਸਭ ਤੋਂ ਪਹਿਲਾਂ ਬਚਾਏ ਗਏ ਲੋਕ ਅਤੇ ਫਿਰ ਜੀ ਉੱਠੇ ਲੋਕ। ਬਾਈਬਲ ਕਹਿੰਦੀ ਹੈ ਕਿ ਇੱਕ ਉਹਨਾਂ ਲੋਕਾਂ ਦਾ ਸਮੂਹ ਹੋਵੇਗਾ ਜਿਹੜੇ ਜਵਾਏ ਜਾਣਗੇ। ਅਤੇ ਹੁਣ ਦਾਨੀਏਲ 12 ਤੋਂ 2 ਐਤ ਵਿੱਚ ਅਸੀਂ ਪੜ੍ਹਦੇ ਹਾਂ। ਸਾਡੇ ਕੋਲ ਬਹੁਤ ਹੀ ਦਿਲਚਸਪ ਐਤ ਹੈ ਜਿਸ ਨੂੰ ਹਮੇਸ਼ਾ ਗਲਤ ਸਮਝਿਆ ਗਿਆ ਹੈ। ਅਸਲ ਵਿੱਚ ਇਹ ਉਹ ਐਤ ਹੈ ਜਿਸ ਨੂੰ ਅਕਸਰ ਇਹ ਸਾਬਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਇਹ ਜੀ ਉੱਠਣਾ ਆਮ ਹੋਵੇਗਾ ਅਤੇ ਸਾਰੇ ਜਣੇ ਇੱਕੋ ਹੀ ਸਮੇਂ 'ਚ ਜੀ ਉੱਠਣਗੇ। ਕੀ ਤੁਸੀਂ ਓਲਡ ਨਿਗਰੋ ਸਪਿਰਚੁਅਲ ਨੂੰ ਜਾਣਦੇ ਹੋ, ਜੋ ਕਹਿੰਦਾ ਹੈ ਉਸ ਜਾਗਣ ਦੀ ਮਹਾਨ ਸਵੇਰ ਵਿੱਚ, ਅਤੇ ਇਹ ਸਾਰਿਆਂ ਦੇ ਕਬਰਾਂ ਵਿੱਚੋਂ ਜੀ ਉੱਠਣ ਦੀ ਗੱਲ ਕਰਦਾ ਹੈ। ਇਹ ਸੱਚਮੁੱਚ ਇੱਕ ਸਾਫ਼ ਸੁਥਰੀ ਆਤਮਿਕਤਾ ਹੈ, ਪਰ ਇਹ ਬਾਈਬਲ ਆਧਾਰਿਤ ਨਹੀਂ ਹੈ, ਕਿਉਂਕਿ ਬਾਈਬਲ ਇੱਕ ਆਮ ਜੀ ਉੱਠਣ ਬਾਰੇ ਨਹੀਂ ਸਿਖਾਉਂਦੀ। ਪਰ ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਕਿਵੇਂ ਸੋਚਦੇ ਹੋ ਜਦੋਂ ਤੁਸੀਂ ਦੂਜੀਆਂ ਐਤਾਂ ਪੜ੍ਹਦੇ ਹੋ ਅਤੇ ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸੰਦੀਪਕ ਜਿਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸੰਦੀਪਕ ਨਿਆਤਰੀ ਲਈ। ਹੁਣ ਮੈਨੂੰ ਇੱਕ ਪਲ ਲੈ ਕੇ ਤੁਹਾਨੂੰ ਜੀ ਉੱਠਣ ਦੀ ਸੰਖੇਪ ਰੂਪ-ਰੇਖਾ ਦੇਣ ਦੀ ਲੋੜ ਹੈ। ਬਾਈਬਲ ਪਹਿਲਾਂ ਹੀ ਜੀ ਉੱਠਣ ਬਾਰੇ ਕੀ ਸਿਖਾਉਂਦੀ ਹੈ। ਮਸੀਹ ਦਾ ਜੀ ਉੱਠਣਾ, ਅਸਲ ਵਿੱਚ ਇਹ ਕਹਿੰਦੀ ਹੈ ਪਹਿਲਾ ਫਲ। ਪਹਿਲਾ ਫਲ ਜੀ ਉੱਠਣਾ ਯਿਸੂ ਮਸੀਹ ਹੈ। ਜਦੋਂ ਉਹ ਜੀ ਉੱਠਿਆ ਸੀ, ਬਾਈਬਲ ਕਹਿੰਦੀ ਹੈ ਇਹ ਗਰੰਟੀ ਸੀ ਕਿ ਇੱਕ ਦਿਨ ਅਸੀਂ ਵੀ ਜੀ ਉੱਠਾਂਗੇ। ਬਚਾਏ ਹੋਏ ਲੋਕਾਂ ਦਾ ਜੀ ਉੱਠਣਾ ਕਦੋਂ ਹੋਵੇਗਾ? ਉਠਾਏ ਜਾਣ ਤੇ ਪਹਿਲਾ ਤੁਸਨਲੀਕੀਆ 4 ਅਧਿਆਏ 17 ਵਚਨ। ਤਦ ਅਸੀਂ ਜਿਹੜੇ ਜਿਉਂਦੇ ਹਾਂ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰ੍ਹਾਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਸੋ ਤੁਸੀਂ ਵੇਖੋ, ਮਸੀਹ ਦੇ ਜੀ ਉੱਠਣ ਤੋਂ ਬਾਅਦ ਕਲੀਸਿਆ ਯੁੱਗ ਦੇ ਅੰਤ ਵਿੱਚ ਪ੍ਰਭੂ ਨਾਲ ਹਵਾ ਵਿੱਚ ਉਠਾਏ ਜਾਣਾ ਅਤੇ ਮਸੀਹ ਵਿੱਚ ਮਰੇ ਹੋਇਆਂ ਦਾ ਜੀ ਉੱਠਣਾ। ਹੁਣ ਜੀ ਉੱਠੇ ਲੋਕਾਂ ਵਿੱਚ ਤੀਜਾ ਭਾਗ, ਇਹ ਵੱਡੇ ਕਸ਼ਟ ਦੇ ਅੰਤ ਵਿੱਚ ਆਉਂਦਾ ਹੈ। ਮੈਂ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਤੁਸੀਂ ਮੇਰੇ ਨਾਲ ਬਣੇ ਰਹੋ ਅਤੇ ਇਸ ਨੂੰ ਚੇਤੇ ਰੱਖਿਓ। ਮਸੀਹ ਜੀ ਉੱਠਿਆ ਅਤੇ ਫਿਰ ਕਲੀਸਿਆ ਯੁੱਗ ਦੇ ਅੰਤ ਵਿੱਚ ਕਲੀਸਿਆ ਅਤੇ ਫਿਰ ਵੱਡੇ ਕਸ਼ਟ ਦੇ ਅੰਤ ਵਿੱਚ ਇੱਕ ਹੋਰ ਜੀ ਉੱਠਣਾ ਹੈ। ਅਸੀਂ ਜੀ ਉੱਠਣ ਵਿੱਚ ਪੁਰਾਣੇ ਨੇਮ ਦੇ ਸਾਰੇ ਸੰਤ ਜੀ ਉੱਠਣਗੇ ਅਤੇ ਉਹ ਵੀ ਜਿਹੜੇ ਵੱਡੇ ਕਸ਼ਟ ਦੇ ਦੌਰਾਨ ਮਰੇ ਸਨ, ਅਤੇ ਇਹ ਬਚਾਏ ਹੋਏ ਲੋਕਾਂ ਦੇ ਜੀ ਉੱਠਣ ਦਾ ਅੰਤ ਹੋਵੇਗਾ। ਮਸੀਹ ਕਲੀਸਿਆ ਪੁਰਾਣੇ ਨੇਮ ਦੇ ਸੰਤ ਅਤੇ ਵੱਡੇ ਕਸ਼ਟ ਦੇ ਸੰਤ। ਹੁਣ ਬੜੇ ਧਿਆਨ ਨਾਲ ਸੁਣੋ। ਬਾਈਬਲ 2 ਤਰ੍ਹਾਂ ਦੇ ਜੀ ਉੱਠਣ ਬਾਰੇ ਬੋਲਦੀ ਹੈ।
ਬਚੇ ਹੋਏ ਲੋਕਾਂ ਦਾ ਜੀ ਉੱਠਣਾ ਅਤੇ ਨਾ ਬਚੇ ਹੋਏ ਲੋਕਾਂ ਦਾ ਜੀ ਉੱਠਣਾ। ਬਚੇ ਹੋਏ ਲੋਕਾਂ ਦੇ ਜੀ ਉੱਠਣ ਦੀਆਂ ਤਿੰਨ ਕਿਸ਼ਤਾਂ ਹਨ: ਮਸੀਹ, ਕਲੀਸਿਆ ਅਤੇ ਪੁਰਾਣੇ ਨੇਮ ਦੇ ਸੰਤ। ਅਤੇ ਜਿਹੜੇ ਵੱਡੇ ਕਸ਼ਟ ਦੌਰਾਨ ਮਰੇ, ਕੀ ਤੁਹਾਨੂੰ ਸਮਝ ਆ ਗਈ? ਇਸ ਬਾਰੇ ਆਪਣੇ ਦਿਮਾਗ ਵਿੱਚ ਸੋਚੋ। ਪਹਿਲੇ ਜੀ ਉੱਠਣ ਵਿੱਚ ਇਹ ਸਭ ਗੱਲਾਂ ਸ਼ਾਮਲ ਹਨ। ਹੁਣ ਦੂਜਾ ਜੀ ਉੱਠਣਾ। ਮੇਰੇ ਨਾਲ ਪ੍ਰਕਾਸ਼ ਦੀ ਪੋਥੀ ਉਸ ਦੇ 20 ਅਧਿਆਇ ਵਿੱਚ ਚਲੋ ਅਤੇ ਆਓ ਇਸ ਬਾਰੇ ਲੱਭੀਏ। ਦੂਜਾ ਜੀ ਉੱਠਣਾ ਸਾਰਾ ਇੱਕੋ ਹੀ ਸਮੇਂ ਹੋਵੇਗਾ। ਸਾਰੇ ਜੋ ਬਚਾਏ ਨਹੀਂ ਗਏ ਇੱਕੋ ਹੀ ਸਮੇਂ ਵਿੱਚ ਜੀ ਉੱਠਣਗੇ। ਪ੍ਰਕਾਸ਼ ਦੀ ਪੋਥੀ 20 ਅਧਿਆਇ 4 ਵਚਨ ਤੋਂ ਲੈ ਕੇ 6 ਵਚਨ ਤੱਕ। ਫਿਰ ਮੈਂ ਇੱਕ ਸਿਆਸਨ ਵੇਖਿਆ ਅਤੇ ਉਸ ਉੱਤੇ ਲੋਕ ਬੈਠ ਗਏ ਅਤੇ ਉਹਨਾਂ ਨੂੰ ਨਿਆਂ ਕਰਨ ਦਾ ਇਖਤਿਆਰ ਦਿੱਤਾ ਗਿਆ ਅਤੇ ਉਹਨਾਂ ਦੀਆਂ ਆਤਮਾਵਾਂ ਨੂੰ ਵੀ ਵੇਖਿਆ, ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇਣ ਅਤੇ ਪਰਮੇਸ਼ਰ ਦੇ ਵਚਨ ਦੇ ਕਾਰਨ ਕੱਟੇ ਗਏ ਸਨ, ਅਤੇ ਜਿਨ੍ਹਾਂ ਨੇ ਉਸ ਦਰਿੰਦੇ ਅਤੇ ਨਾ ਉਸ ਦੀ ਮੂਰਤ ਦੀ ਪੂਜਾ ਕੀਤੀ ਸੀ ਅਤੇ ਨਾ ਉਸ ਦੇ ਨਿਸ਼ਾਨ ਨੂੰ ਆਪਣੇ ਮੱਥੇ ਅਤੇ ਹੱਥਾਂ ਤੇ ਲਾਇਆ ਸੀ। ਹੁਣ ਉਹ ਕੌਣ ਹੈ? ਉਹ ਕਾਹਦੇ ਬਾਰੇ ਗੱਲ ਕਰ ਰਿਹਾ ਹੈ? ਉਹ ਕਦੋਂ ਹੋਇਆ? ਇਹ ਉਹ ਲੋਕ ਹਨ ਜਿਹੜੇ ਵੱਡੇ ਕਸ਼ਟ ਵਿੱਚੋਂ ਗੁਜ਼ਰੇ ਸਨ। ਵਚਨ ਕਹਿੰਦਾ ਹੈ ਉਹ ਮਰ ਚੁੱਕੇ ਹਨ। ਉਹਨਾਂ ਦੀਆਂ ਆਤਮਾਵਾਂ ਦੇ ਸਿਰ ਕੱਟੇ ਹੋਏ ਸਨ। ਹੁਣ ਅੱਗੇ ਵਚਨ ਦਾ ਅਗਲਾ ਵਾਕ ਕਹਿੰਦਾ ਹੈ ਕਿ ਜਿਹੜੇ ਵੱਡੇ ਕਸ਼ਟ ਦੇ ਦੌਰਾਨ ਮਰੇ ਸਨ, ਉਹ ਜਿਉਂਦੇ ਹੋ ਕੇ ਮਸੀਹ ਦੇ ਨਾਲ 1000 ਸਾਲ ਤੱਕ ਰਾਜ ਕਰਦੇ ਰਹੇ। ਜਦ ਤੱਕ ਉਹ ਵੱਡੇ ਕਸ਼ਟ ਦੇ ਦੌਰਾਨ ਮਰ ਗਏ ਸਨ, ਫਿਰ ਉਹ ਕਿਵੇਂ ਜਿਉਂਦੇ ਅਤੇ ਰਾਜ ਕਰ ਰਹੇ ਸਨ? ਉਹ ਵੱਡੇ ਕਸ਼ਟ ਦੇ ਅੰਤ ਵਿੱਚ ਜੀ ਉੱਠੇ ਸਨ। ਠੀਕ ਹੈ, ਬਾਕੀ ਜੋ ਮਰੇ ਸਨ ਉਹ ਉਹਨਾਂ ਬਾਰੇ ਕੀ ਹੈ? ਮੈਂ ਖੁਸ਼ ਹਾਂ ਕਿ ਤੁਸੀਂ ਪੁੱਛਿਆ ਹੈ। ਇਹ ਅਗਲੀ ਐਤ ਵਿੱਚ ਹੈ, ਅਤੇ ਜਦ ਤੱਕ ਇਹ 1000 ਸਾਲ ਪੂਰੇ ਨਾ ਹੋਏ ਤਦ ਤੱਕ ਬਾਕੀ ਮਰੇ ਹੋਏ ਨਾ ਜੀ ਉੱਠੇ। ਫਿਰ ਇਹ ਐਤ ਦੇ ਪਹਿਲੇ ਹਿੱਸੇ ਬਾਰੇ ਗੱਲ ਕਰਨ ਲਈ ਵਾਪਸ ਜਾਂਦਾ ਹੈ। ਇਹ ਤਾਂ ਪਹਿਲਾ ਜੀ ਉੱਠਣਾ ਹੈ। ਬਾਕੀ ਮਰੇ ਹੋਏ ਜਿਹੜੇ 1000 ਸਾਲ ਦੇ ਅੰਤ ਤੱਕ ਜਿਉਂਦੇ ਸਨ, ਉਹ ਦੂਜਾ ਜੀ ਉੱਠਣਾ ਹੈ ਜਾਂ ਜੀ ਉੱਠਣ ਦਾ ਦੂਜਾ ਭਾਗ। ਮੈਂ ਸਾਰੀ ਰੂਪਰੇਖਾ ਨੂੰ ਇਕੱਠਾ ਕਰਾਂਗਾ। ਦੋ ਤਰ੍ਹਾਂ ਦਾ ਜੀ ਉੱਠਣਾ ਹੈ: ਧਰਮੀ ਅਤੇ ਅਧਰਮੀ। ਧਰਮੀਆਂ ਦੇ ਜੀ ਉੱਠਣ ਦੇ ਤਿੰਨ ਭਾਗ ਹਨ: ਯਿਸੂ ਮਸੀਹ, ਕਲੀਸਿਆ ਅਤੇ ਪੁਰਾਣੇ ਨੇਮ ਦੇ ਸੰਤ ਅਤੇ ਵੱਡੇ ਕਸ਼ਟ ਦੇ ਸੰਤ। ਜੀ ਉੱਠਣ ਦਾ ਦੂਜਾ ਭਾਗ ਅਧਰਮੀਆਂ ਦਾ ਹੈ। ਇਸ ਵਿੱਚ ਸਿਰਫ ਇੱਕੋ ਹੀ ਗੱਲ ਹੋਵੇਗੀ: 1000 ਸਾਲ ਦੇ ਅੰਤ ਵਿੱਚ ਨਾ ਬਚੇ ਹੋਏ ਸਾਰੇ ਮੁਰਦੇ ਜੀ ਉੱਠਣਗੇ ਅਤੇ ਉਸ ਵੇਲੇ ਵੱਡੇ ਚਿੱਟੇ ਨਿਆਂ ਦੇ ਸਿਆਸਨ ਸਾਹਮਣੇ ਖੜੇ ਹੋ ਜਾਣਗੇ। ਵਾਪਸ ਦਾਨੀਏਲ 12 ਵਿੱਚ ਜਾਓ ਅਤੇ ਧਿਆਨ ਦਿਓ ਐਤ 2 ਕੀ ਕਹਿੰਦੀ ਹੈ। ਅਤੇ ਉਹਨਾਂ ਵਿੱਚ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸੰਦੀਪਕ ਜਿਉਣ ਲਈ। ਉਹ ਪਹਿਲਾਂ ਜੀ ਉੱਠਣਾ ਹੈ: ਮਸੀਹ, ਕਲੀਸਿਆ, ਪੁਰਾਣੇ ਨੇਮ ਦੇ ਸੰਤ, ਵੱਡੇ ਕਸ਼ਟ ਵਾਲੇ ਸੰਤ, ਕਈ ਸ਼ਰਮਿੰਦਗੀ ਅਤੇ ਸੰਦੀਪਕ ਨਿਆਦਰੀ ਲਈ। ਇਹ ਉਹ ਲੋਕ ਹਨ ਜਿਹੜੇ ਨਹੀਂ ਬਚੇ। ਤੁਸੀਂ ਵੇਖੋ, ਦਾਨੀਏਲ ਨੇ ਉਦੋਂ ਨਹੀਂ ਵੇਖਿਆ ਜਿਵੇਂ ਅਸੀਂ ਇਸ ਨੂੰ ਵੇਖਦੇ ਹਾਂ। ਅਤੇ ਉਸ ਐਤ ਦੇ ਅੱਧ ਵਿਚਾਲੇ ਜੀ ਉੱਠਣ ਦੇ ਵਿਚਕਾਰ, ਐਤ ਦੇ ਪਹਿਲੇ ਭਾਗ ਅਤੇ ਐਤ ਦੇ ਆਖਰੀ ਭਾਗ ਦਰਮਿਆਨ 1000 ਸਾਲ ਹਨ। ਕੀ ਤੁਸੀਂ ਇਹ ਵੇਖਦੇ ਹੋ? ਅਤੇ ਪੁਰਾਣੇ ਨੇਮ ਵਾਂਗ ਜਦੋਂ ਨਬੀਆਂ ਨੇ ਭਵਿੱਖ ਵਿੱਚ ਵੇਖਿਆ, ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਹੀਂ ਵੇਖਿਆ ਜਿਵੇਂ ਅਸੀਂ ਇਸ ਨੂੰ ਵੇਖਦੇ ਹਾਂ। ਉਹਨਾਂ ਨੇ ਇਕੱਲੀ ਚੀਜ਼ ਤੇ ਧਿਆਨ ਕੇਂਦਰਿਤ ਕੀਤਾ। ਇਸ ਐਤ ਵਿੱਚ ਦੋਵਾਂ ਤਰ੍ਹਾਂ ਦਾ ਜੀ ਉੱਠਣਾ ਹੈ, ਹਾਲੇ ਕਿ ਉਹ ਸਮੇਂ ਦੁਆਰਾ ਵੱਖ ਕੀਤੇ ਹੋਏ ਹਨ। ਬਾਈਬਲ ਕਹਿੰਦੀ ਹੈ ਕਿ ਇੱਕ ਜੀ ਉੱਠਣ ਦਾ ਸਮਾਂ ਹੋਵੇਗਾ। ਮੈਂ ਇੱਥੇ ਰੋਕ ਕੇ ਇੱਕ ਗੱਲ ਦੱਸਾਂਗਾ, ਤੁਹਾਨੂੰ ਇਸ ਨੂੰ ਸਮਝਣ ਦੀ ਲੋੜ ਹੈ। ਬਾਈਬਲ ਇਸ ਬਾਰੇ ਸਪਸ਼ਟ ਹੈ, ਜਦੋਂ ਪਰਮੇਸ਼ਰ ਜਵਾਏਗਾ, ਕੋਈ ਵੀ ਕਬਰ ਵਿੱਚ ਨਹੀਂ ਛੱਡਿਆ ਜਾਵੇਗਾ। ਕੀ ਤੁਸੀਂ ਸਮਝ ਗਏ ਹੋ? ਕੋਈ ਵੀ ਨਹੀਂ। ਮੈਨੂੰ ਕੋਈ ਪਰਵਾਹ ਨਹੀਂ ਕਿ ਕੋਈ ਕੀ ਕਹਿੰਦਾ ਹੈ। ਕੋਈ ਵੀ ਕਬਰ ਵਿੱਚ ਨਹੀਂ ਰਹੇਗਾ। ਪਰਮੇਸ਼ਰ ਉਹਨਾਂ ਨੂੰ ਪਹਿਲਾਂ ਜਾਂ ਬਾਅਦ ਵਿੱਚ ਜਵਾਏਗਾ। ਠੀਕ ਹੈ, ਇਹ ਉਹ ਹਨ ਜੋ ਜੀ ਉੱਠੇ। ਭਾਗ ਈੜੀ, ਇਨਾਮ ਪਾਏ ਹੋਏ ਲੋਕ। ਅਸੀਂ ਦੋ ਕਿਸਮ ਦੇ ਲੋਕਾਂ ਨੂੰ ਵੇਖ ਚੁੱਕੇ ਹਾਂ: ਬਚਾਏ ਗਏ ਲੋਕ ਜਿਹੜੇ ਵੱਡੇ ਕਸ਼ਟ ਵਿੱਚੋਂ ਗੁਜ਼ਰੇ ਅਤੇ ਜੀ ਉੱਠੇ ਲੋਕ। ਮੈਂ ਇਹ ਆਖਰੀ ਲੋਕਾਂ ਬਾਰੇ ਬਹੁਤ ਉਤਸ਼ਾਹਿਤ ਹਾਂ
ਅਤੇ ਅਸੀਂ ਫਿਰ ਇਹ ਸੰਦੇਸ਼ ਖਤਮ ਕਰ ਦੇਵਾਂਗੇ। ਆਖਰੀ ਸਮੂਹ ਇਨਾਮ ਪਾਏ ਹੋਏ ਲੋਕਾਂ ਦਾ ਹੈ। ਇਹ ਇੱਕ ਸਾਫ਼ ਸੁਥਰਾ ਭਾਗ ਹੈ। ਐਤ 3 ਇਹੋ ਹੀ ਕਹਿੰਦੀ ਹੈ, ਅਤੇ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ, ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗ ਜੁਗੋ ਜੁਗ ਤਿੱਕਰ ਚਮਕਣਗੇ। ਬਾਈਬਲ ਇਸ ਤਰ੍ਹਾਂ ਦਾ ਹੀ ਬਿਆਨ ਕਰਦੀ ਹੈ। ਤੁਸੀਂ ਪੜ੍ਹਦੇ ਜਾ ਰਹੇ ਹੋ ਅਤੇ ਤੁਹਾਨੂੰ ਔਖੀਆਂ ਗੱਲਾਂ ਸਮਝ ਨਹੀਂ ਆ ਰਹੀਆਂ, ਜਿਵੇਂ ਕਿ ਵੱਡਾ ਕਸ਼ਟ ਅਤੇ ਜੀ ਉੱਠਣਾ, ਕਦੋਂ ਲੋਕ ਮਿੱਟੀ ਵਿੱਚੋਂ ਬਾਹਰ ਆਉਣਗੇ, ਕਿਹੜਾ ਪਹਿਲਾਂ ਜਾਵੇਗਾ, ਅਤੇ ਇਸ ਤਰ੍ਹਾਂ ਦੀਆਂ ਗੱਲਾਂ। ਅਤੇ ਇਹਨਾਂ ਸਾਰੀਆਂ ਮੁਸ਼ਕਲਾਂ ਸੱਚਾਈਆਂ ਦੇ ਵਿੱਚ ਪਰਮੇਸ਼ਰ ਸੋਨੇ ਦੀ ਢਲੀ ਸੁੱਟਦਾ ਹੈ, ਜੋ ਤੁਹਾਨੂੰ ਇੰਨਾ ਉੱਚਾ ਚੁੱਕ ਦਿੰਦੀ ਹੈ ਕਿ ਤੁਸੀਂ ਮਹਿਮਾ ਵਿੱਚ ਖਲੋਣ ਲਈ ਤਿਆਰ ਹੋ। ਐਤ 3 ਕਹਿੰਦੀ ਹੈ ਕਿ ਇਸ ਮੁਸ਼ਕਲ ਘੜੀ ਵਿੱਚ, ਇਸ ਸਾਰੀ ਬਿਪਤਾ ਵਿੱਚ ਪਰਮੇਸ਼ਰ ਕੋਲ ਕੁਝ ਖਾਸ ਚੀਜ਼ਾਂ ਹਨ ਜੋ ਪਰਮੇਸ਼ਰ ਨੇ ਉਹਨਾਂ ਲਈ ਸੰਭਾਲ ਕੇ ਰੱਖੀਆਂ ਹਨ, ਜਿਹੜੇ ਉਸ ਦੀ ਸੇਵਾ ਕਰਦੇ ਹਨ। ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਇੱਥੇ ਦੋ ਵੱਖ-ਵੱਖ ਕਿਸਮਾਂ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ, ਜਿਹੜੇ ਵੱਡੇ ਕਸ਼ਟ ਵਿੱਚੋਂ ਗੁਜ਼ਰਦੇ ਹਨ, ਅਤੇ ਉਸ ਸੰਬੰਧ ਵਿੱਚ ਗੱਲ ਕਰ ਰਹੇ ਹਾਂ ਕਿ ਉਹ ਵੱਡੇ ਕਸ਼ਟ ਵਿੱਚ ਕਿਵੇਂ ਕੰਮ ਕਰਦੇ ਹਨ। ਪਰਮੇਸ਼ਰ ਕਹਿੰਦਾ ਹੈ ਕਿ ਅਸੀਂ ਅੰਬਰ ਵਿੱਚ ਤਾਰੇ ਬਣ ਜਾਵਾਂਗੇ। ਧਿਆਨ ਦਿਓ ਇਹ ਕੀ ਕਹਿੰਦਾ ਹੈ। ਅਤੇ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ। ਇਸ ਐਤ ਵਿੱਚ ਬੁੱਧਵਾਨ ਸ਼ਬਦ ਦਾ ਅਰਥ ਹੈ ਕਿਸੇ ਚੀਜ਼ ਦੀ ਸਮਝ ਰੱਖਣਾ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸ਼ਬਦ ਇੱਕ ਅਧਿਆਪਕ ਦਾ ਹਵਾਲਾ ਦਿੰਦਾ ਹੈ। ਹੁਣ ਸਾਰੇ ਫਿਕਲਟੀ ਮੈਂਬਰ ਅਤੇ ਜਿਨ੍ਹਾਂ ਵਿੱਚ ਪੜ੍ਹਾਉਣ ਵਾਲੇ ਹਨ, ਧਿਆਨ ਨਾਲ ਸੁਣੋ। ਇਹ ਵਚਨ ਕਹਿੰਦਾ ਹੈ, ਅਤੇ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ। ਆਪਣੀਆਂ ਬਾਈਬਲਾਂ ਵਿੱਚ ਅਧਿਆਏ 11 ਵਿੱਚ ਜਾਓ ਅਤੇ 2 ਐਤ ਤੇ ਧਿਆਨ ਦਿਓ, ਜਿੱਥੇ ਇਹੋ ਹੀ ਸ਼ਬਦ ਵਰਤਿਆ ਗਿਆ ਹੈ। ਐਤ 33, ਅਤੇ ਇਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ, ਕਈਆਂ ਨੂੰ ਸਿਖਾਉਣਗੇ, ਪਰ ਉਹ ਤਲਵਾਰ ਨਾਲ ਅਤੇ ਅੱਗ ਨਾਲ ਔਰ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੀਕਰ ਤਬਾਹ ਰਹਿਣਗੇ। ਐਤ 35, ਅਤੇ ਕਈ ਬੁੱਧਵਾਨ ਵੀ ਡਿੱਗ ਪੈਣਗੇ। ਇੱਥੇ ਤਸਵੀਰ ਹੈ, ਪਰਮੇਸ਼ਰ ਕਹਿੰਦਾ ਹੈ ਕਿ ਯਹੂਦੀ ਦੇਸ਼ ਤੇ ਇਸ ਭਿਆਨਕ ਬਿਪਤਾ ਦੌਰਾਨ ਉਹ ਕੁਝ ਲੋਕਾਂ ਨੂੰ ਖੜਾ ਕਰੇਗਾ, ਜੋ ਉਸ ਸਮੇਂ ਵਿੱਚ ਪਰਮੇਸ਼ਰ ਦੇ ਲੋਕਾਂ ਨੂੰ ਧਾਰਮਿਕਤਾ ਸਿਖਾਉਣ ਵਾਲੇ ਹੋਣਗੇ। ਮੈਂ ਇਸ ਹਫ਼ਤੇ ਇਸ ਬਾਰੇ ਸੋਚ ਰਿਹਾ ਸੀ। ਮੈਂ ਨਹੀਂ ਸੋਚਦਾ ਕਿ ਮੈਂ ਪਰਮੇਸ਼ਰ ਦਾ ਵਚਨ ਸਿਖਾਉਣ ਦਾ ਕਦੀ ਕੋਈ ਮੂਲ ਅਦਾ ਕੀਤਾ ਹੋਵੇ। ਹਾਲਾਂਕਿ ਕਦੀ-ਕਦੀ ਮੇਰੀ ਆਲੋਚਨਾ ਜ਼ਰੂਰ ਹੁੰਦੀ ਹੈ। ਕਈ ਵਾਰ ਮੇਰੇ ਖਿਲਾਫ ਲਿਖਿਆ ਜਾਂਦਾ ਹੈ ਅਤੇ ਕਈ ਵਾਰ ਮੈਨੂੰ ਗਲਤ ਸਮਝਿਆ ਜਾਂਦਾ ਹੈ। ਪਰ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਮਨੁੱਖ ਨੂੰ ਕੀ ਮੁੱਲ ਅਦਾ ਕਰਨਾ ਪਵੇਗਾ, ਜਿਹੜਾ ਵੱਡੇ ਕਸ਼ਟ ਦੇ ਸਮੇਂ ਵਿੱਚ ਬਿਨਾਂ ਆਪਣੇ ਸਰੀਰ ਤੇ ਨਿਸ਼ਾਨ ਦੇ ਹੱਥ ਵਿੱਚ ਬਾਈਬਲ ਲਈ ਖੜਾ ਹੋਵੇਗਾ ਅਤੇ ਪਰਮੇਸ਼ਰ ਦੀ ਧਾਰਮਿਕਤਾ ਦਾ ਐਲਾਨ ਕਰੇਗਾ, ਅਤੇ ਉਹ ਇਸ ਗੱਲ ਤੋਂ ਅਣਜਾਣ ਹੋਵੇਗਾ ਕਿ ਜਦੋਂ ਵੀ ਉਹ ਪਰਮੇਸ਼ਰ ਦੀ ਸੱਚਾਈ ਸਿਖਾਵੇਗਾ, ਉਸ ਦਾ ਸਿਰ ਕਿਸੇ ਵੀ ਪਲ ਉਸ ਦੇ ਧੜ ਤੋਂ ਅਲੱਗ ਕੀਤਾ ਜਾ ਸਕਦਾ ਹੈ। ਫਿਰ ਵੀ ਬਾਈਬਲ ਕਹਿੰਦੀ ਹੈ ਕਿ ਕੁਝ ਇੰਨੇ ਹਿੰਮਤ ਵਾਲੇ ਹੋਣਗੇ, ਜਿਹੜੇ ਉਸ ਸਮੇਂ ਦੌਰਾਨ ਪਰਮੇਸ਼ਰ ਦੇ ਵਚਨ ਵਿੱਚੋਂ ਸਿਖਾਉਣਗੇ, ਅਤੇ ਵੱਡੇ ਕਸ਼ਟ ਦੇ ਸਮੇਂ ਵਿੱਚ ਪਰਮੇਸ਼ਰ ਦੇ ਲੋਕਾਂ ਲਈ ਉਹ ਇੱਕ ਪ੍ਰੇਰਣਾ ਹੋਣਗੇ। ਪਰਮੇਸ਼ਰ ਕਹਿੰਦਾ ਹੈ, ਜਦੋਂ ਉਹ ਲੋਕ ਇਹ ਕਰਨਗੇ, ਉਹ ਮੇਰੇ ਅੰਬਰ ਵਿੱਚ ਤਾਰੇ ਹੋਣਗੇ ਅਤੇ ਉਹ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ। ਇਹ ਪਹਿਲੀ ਸ਼੍ਰੇਣੀ ਹੈ, ਸਿਖਾਉਣ ਵਾਲੇ। ਕੀ ਤੁਹਾਨੂੰ ਸਮਝ ਆ ਗਿਆ ਹੈ? ਮੈਂ ਤੁਹਾਨੂੰ ਜੋ ਸਿਖਾਉਣ ਵਾਲੇ ਹੋ ਦੱਸਣਾ ਚਾਹੁੰਦਾ ਹਾਂ ਕਿ ਇਹੋ ਹੀ ਵਿਚਾਰ ਯਕੀਨਨ ਅੱਜ ਸਾਡੇ ਤੇ ਵੀ ਲਾਗੂ ਹੁੰਦਾ ਹੈ। ਪਰਮੇਸ਼ਰ ਉਹਨਾਂ ਨੂੰ ਪਹਿਲ ਅਤੇ ਬਹੁਤ ਹੀ ਮਹੱਤਵ ਦਿੰਦਾ ਹੈ, ਜਿਹੜੇ ਪਰਮੇਸ਼ਰ ਦਾ ਵਚਨ ਸਿਖਾਉਂਦੇ ਹਨ। ਪਰਮੇਸ਼ਰ ਦੇ ਰਾਜ ਵਿੱਚ ਉਹਨਾਂ ਦਾ ਇੱਕ ਖਾਸ ਸਥਾਨ ਹੈ, ਜਿਹੜੇ ਪਰਮੇਸ਼ਰ ਦੀ ਪਵਿੱਤਰ ਪੋਥੀ ਵਿੱਚ ਸਹੀ ਢੰਗ ਨਾਲ ਸਿਖਾਉਂਦੇ ਹਨ। ਦੂਜਾ ਸਮੂਹ ਵੀ ਉਸੇ ਹੀ ਐਤ ਵਿੱਚ ਹੈ, ਅਤੇ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ, ਅਤੇ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁਗੋ ਜੁਗਰ ਤੀਕਰ ਚਮਕਣਗੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਦੂਜਾ ਸਮੂਹ ਉਹਨਾਂ ਲੋਕਾਂ ਦਾ ਹੈ, ਜਿਹੜੇ ਵੱਡੇ ਕਸ਼ਟ ਦੇ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੂੰ ਉਹ ਬਚਾ ਸਕਦੇ ਸਨ, ਬਚਾਉਣ ਲਈ ਇੱਧਰ ਉੱਧਰ ਭੱਜੇ ਫਿਰਦੇ ਹੋਣਗੇ।
ਸੁਸਮਾਚਾਰ ਦਾ ਪ੍ਰਚਾਰ ਕਰਦੇ, ਹਰ ਇੱਕ ਨੂੰ ਧਾਰਮਿਕਤਾ ਵੱਲ ਮੋੜਦੇ, ਹਰ ਇੱਕ ਨੂੰ ਮਸੀਹ ਬਾਰੇ ਦੱਸਦੇ, ਉਹਨਾਂ ਨੂੰ ਯਿਸੂ ਮਸੀਹ ਦੇ ਗਿਆਨ ਵਿੱਚ ਲਿਆਉਂਦੇ ਹੋਏ। ਅਸੀਂ ਗੱਲ ਕੀਤੀ ਹੈ ਕਿ ਅੱਜ ਆਪਣੇ ਵਿਸ਼ਵਾਸ ਨੂੰ ਕਿਸੇ ਨਾਲ ਸਾਂਝਾ ਕਰਨਾ ਕਿੰਨਾ ਮੁਸ਼ਕਲ ਹੈ, ਕਿਉਂਕਿ ਅਸੀਂ ਡਰਪੋਕ ਹਾਂ, ਅਸੀਂ ਡਰੇ ਹੋਏ ਹਾਂ, ਸਾਨੂੰ ਠੁਕਰਾਏ ਜਾਣਾ ਪਸੰਦ ਨਹੀਂ। ਅਗਲੀ ਵਾਰ ਜਦੋਂ ਤੁਸੀਂ ਜਹਾਜ਼ ਵਿੱਚ ਕਿਸੇ ਇਨਸਾਨ ਲਾਗੇ ਬੈਠੇ ਹੋਵੋਗੇ ਜਿਹੜਾ ਤੁਸੀਂ ਸੋਚਦੇ ਹੋ ਕਿ ਮਸੀਹੀ ਹੈ ਜਾਂ ਵਿਸ਼ਵਾਸੀ ਨਹੀਂ ਹੈ, ਅਤੇ ਤੁਹਾਡਾ ਦਿਲ ਕਹੇਗਾ ਉਹਨਾਂ ਨਾਲ ਪ੍ਰਭੂ ਬਾਰੇ ਗੱਲ ਕਰ, ਤੁਹਾਡਾ ਮਨ ਕੀ ਕਹੇਗਾ? ਕੌਣ? ਮੈਂ? ਠੀਕ ਹੈ, ਮੈਨੂੰ ਭੁੱਖ ਲੱਗੀ ਹੈ, ਮੈਂ ਹਾਲੇ ਕੁਝ ਪੜ੍ਹਨਾ ਹੈ, ਮੈਂ ਥੱਕਿਆ ਹੋਇਆ ਹਾਂ। ਉਹ ਸ਼ਾਇਦ ਬਚੀ ਹੋਈ। ਤੁਸੀਂ ਡਰ ਦੇ ਕਾਰਨ ਗਵਾਹੀ ਨਾ ਦੇਣ ਦੇ 100 ਬਹਾਨੇ ਲੱਭ ਸਕਦੇ ਹੋ। ਪਰ ਹੁਣ ਮੈਨੂੰ ਸੁਣੋ, ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵੱਡੇ ਕਸ਼ਟ ਸਮੇਂ ਵਿੱਚ ਯਿਸੂ ਮਸੀਹ ਬਾਰੇ ਗੱਲ ਕਰਨਾ ਅਤੇ ਲੋਕਾਂ ਨੂੰ ਧਾਰਮਿਕਤਾ ਵੱਲੋਂ ਮੋੜਨਾ ਕਿਵੇਂ ਦਾ ਹੋਵੇਗਾ? ਜਦੋਂ ਸਾਰਿਆਂ ਦੁਸ਼ਟ ਆਤਮਾਵਾਂ ਨੂੰ ਧਰਤੀ ਤੇ ਆਜ਼ਾਦ ਕੀਤਾ ਜਾਵੇਗਾ ਅਤੇ ਮੌਤ ਦੀ ਸਜ਼ਾ ਉਸ ਵਿਅਕਤੀ ਦੇ ਸਿਰ ਤੇ ਹੋਵੇਗੀ ਜਿਹੜਾ ਉਸ ਸ਼ਾਸਨ ਕਾਲ ਅਨੁਸਾਰ ਨਹੀਂ ਚੱਲੇਗਾ। ਪਰਮੇਸ਼ਰ ਕਹਿੰਦਾ ਹੈ, ਜਦੋਂ ਕੋਈ ਉਸ ਸਮੇਂ ਕਿਸੇ ਨੂੰ ਧਾਰਮਿਕਤਾ ਵੱਲ ਮੋੜੇਗਾ, ਉਹ ਤਾਰਿਆਂ ਵਾਂਗ ਚਮਕੇਗਾ। ਜਦੋਂ ਮੈਂ ਤਾਰਾ ਸ਼ਬਦ ਕਹਿੰਦਾ ਹਾਂ ਤਾਂ ਤੁਸੀਂ ਕੀ ਸੋਚਦੇ ਹੋ? ਜਦੋਂ ਤੁਸੀਂ ਕਿਸੇ ਦੇ ਤਾਰੇ ਹੋਣ ਦੀ ਗੱਲ ਕਰਦੇ ਹੋ ਤਾਂ ਕੀ ਤੁਸੀਂ ਹਾਲੀਵੁੱਡ ਦੇ ਸਿਤਾਰਿਆਂ ਨੂੰ ਸੋਚਦੇ ਹੋ? ਅੱਜ ਤੋਂ 10 ਸਾਲ ਬਾਅਦ ਕੋਈ ਵੀ ਉਹਨਾਂ ਬਾਰੇ ਨਹੀਂ ਸੋਚੇਗਾ। ਕੀ ਤੁਸੀਂ ਧਿਆਨ ਦਿੱਤਾ ਹੈ ਕਿ ਕਿੰਨੀ ਛੇਤੀ ਅਸੀਂ ਸਾਡੇ ਸਿਤਾਰਿਆਂ ਨੂੰ ਭੁੱਲ ਜਾਂਦੇ ਹਾਂ? ਕੀ ਤੁਸੀਂ ਇਸ ਤੇ ਗੌਰ ਕੀਤਾ ਹੈ? ਖੇਡਾਂ ਵਿੱਚ ਤੁਸੀਂ ਥੋੜੇ ਸਮੇਂ ਲਈ ਸਿਤਾਰਾ ਬਣ ਸਕਦੇ ਹੋ, ਪਰ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਦਾ ਪਤਾ ਲੱਗੇ, ਇਹ ਸਭ ਖਤਮ ਹੋ ਜਾਂਦਾ ਹੈ। ਕਈ ਤਾਂ ਇਹ ਵੀ ਨਹੀਂ ਜਾਣਦੇ ਕਿ ਉਹ ਕੌਣ ਹਨ। ਉਹ ਇੱਕ ਸਮੇਂ ਸਿਤਾਰੇ ਸਨ, ਹੁਣ ਨਹੀਂ। ਤੁਸੀਂ ਵੇਖੋ, ਪਰਮੇਸ਼ਰ ਦਾ ਕਾਰਜਕਰਮ ਮਨੁੱਖ ਦੇ ਕਾਰਜਕਰਮ ਵਰਗਾ ਨਹੀਂ ਹੈ। ਪਰਮੇਸ਼ਰ ਅਣਜਾਣ ਨੂੰ ਲੈ ਕੇ ਉਹਨਾਂ ਨੂੰ ਤਾਰਿਆਂ ਤੱਕ ਚੁੱਕ ਸਕਦਾ ਹੈ। ਮਨੁੱਖ ਮਸ਼ਹੂਰ ਲੋਕਾਂ ਨੂੰ ਲੈ ਕੇ ਉਹਨਾਂ ਨੂੰ ਥੋੜੇ ਸਮੇਂ ਲਈ ਸਿਤਾਰਾ ਬਣਾਉਂਦੇ ਹਨ ਅਤੇ ਫਿਰ ਉਹਨਾਂ ਨੂੰ ਭੁੱਲ ਜਾਂਦੇ ਹਨ। ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ, ਤੁਸੀਂ ਕਿਸ ਦਾ ਸਿਤਾਰਾ ਬਣਨਾ ਚਾਹੁੰਦੇ ਹੋ? ਜੇ ਤੁਸੀਂ ਇਸ ਨੂੰ ਸੰਦੀਪਤਾ ਦੇ ਦ੍ਰਿਸ਼ਟੀਕੋਣ ਤੋਂ ਵੇਖਦੇ ਹੋ ਤਾਂ ਤੁਸੀਂ ਕਿਸ ਦਾ ਸਿਤਾਰਾ ਬਣਨਾ ਚਾਹੋਗੇ? ਪੂਰੀ ਦੁਨੀਆ ਵਿੱਚ ਮੇਰਾ ਮਨਪਸੰਦ ਪਾਸਟਰ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, W.A. ਕੈਰਿਸਵੈਲ ਹੈ। ਉਸ ਦਾ ਚੀਜ਼ਾਂ ਨੂੰ ਵੱਖ-ਵੱਖ ਨਜ਼ਰੀਏ ਵਿੱਚ ਪਾਉਣ ਦਾ ਆਪਣਾ ਹੀ ਤਰੀਕਾ ਹੈ। ਦਾਨੀਏਲ ਦੀ ਕਿਤਾਬ ਤੇ ਆਪਣੀ ਇੱਕ ਕਿਤਾਬ ਵਿੱਚ ਉਹ ਪਵਿੱਤਰ ਵਚਨ ਦੇ ਇਸ ਬੰਦ ਬਾਰੇ ਲਿਖਦਾ ਹੈ ਅਤੇ ਉਹ ਇਹ ਕਹਿੰਦਾ ਹੈ, ਪਰਮੇਸ਼ਰ ਦੇ ਮਹਾਨ ਕੌਣ ਹਨ? ਉਹ ਕੌਣ ਹਨ ਜਿਹੜਾ ਸਦਾ ਲਈ ਚਮਕੇਗਾ? ਜਵਾਬ ਉਹ ਨਹੀਂ ਜਿਨ੍ਹਾਂ ਨੂੰ ਦੁਨੀਆ ਉੱਚਾ ਕਰਦੀ ਹੈ, ਸਲਾਉਂਦੀ ਹੈ ਅਤੇ ਪ੍ਰਸ਼ੰਸਾ ਕਰਦੀ ਹੈ, ਬਲਕਿ ਇਹ ਪਰਮੇਸ਼ਰ ਦਾ ਉਹ ਸਭ ਤੋਂ ਹਲੀਮ ਬੰਦਾ ਹੈ ਜਿਹੜਾ ਇੱਕ ਰੂਹ ਨੂੰ ਯਿਸੂ ਕੋਲ ਲੈ ਕੇ ਆਉਂਦਾ ਹੈ। ਮੈਂ ਸੋਚਦਾ ਹਾਂ ਕਿ ਇਹ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ ਜੋ ਪਰਮੇਸ਼ਰ ਨੇ ਆਪਣੇ ਵਚਨ ਵਿੱਚ ਸਾਡੇ ਤੇ ਪ੍ਰਗਟ ਕੀਤੀ ਹੈ। ਦੁਨੀਆ ਦੀ ਕੁਲੀਨਤਾ ਕਿੰਨੀ ਥੋੜੇ ਚਿਰ ਦੀ ਅਤੇ ਕਿੰਨੀ ਅਸਥਾਈ ਹੈ, ਇਹ ਧੁੰਦ ਵਾਂਗ ਖਤਮ ਹੋ ਜਾਂਦੀ ਹੈ। ਅਤੇ ਫਿਰ ਉਦਾਹਰਨ ਦੇ ਲਈ ਇਹ ਛੋਟੀਆਂ-ਛੋਟੀਆਂ ਮਿਸਾਲਾਂ ਦਿੰਦਾ ਹੈ। ਮੈਨੂੰ ਦੱਸੋ, 1370 ਵਿੱਚ ਨਵਾਬ ਅਤੇ ਰਾਜਕੁਮਾਰ ਅਤੇ ਉਪਸਮੰਤ ਕੌਣ ਸਨ ਅਤੇ ਧਰਤੀ ਦੇ ਸ਼ਾਸਕ ਕੌਣ ਸਨ? ਉਹ ਕੌਣ ਸਨ? ਉਸਨੇ ਲਿਖਿਆ ਹੈ, ਮੈਨੂੰ ਇਸ ਬਾਰੇ ਕੋਈ ਪਤਾ ਨਹੀਂ, ਪਰ ਅਸੀਂ ਸਾਰੇ ਜੌਨ ਫਿਕਲਿਪ ਨੂੰ, ਜਿਹੜਾ ਪਵਿੱਤਰ ਬਾਈਬਲ ਦਾ ਅਨੁਵਾਦਕ ਹੈ, ਯਾਦ ਕਰਦੇ ਹਾਂ, ਜਿਹੜਾ ਸਦਾ ਲਈ ਤਾਰਿਆਂ ਵਾਂਗਰ ਚਮਕੇਗਾ। ਅਸੀਂ ਜੌਨ ਵਿਕਲਿਪ ਨੂੰ ਯਾਦ ਕਰਦੇ ਹਾਂ, ਜਿਸ ਦਾ ਸਰੀਰ ਉਹਨਾਂ ਨੇ ਦੱਬ ਅਤੇ ਸਾੜ ਦਿੱਤਾ ਅਤੇ ਜਿਸ ਦੀਆਂ ਅਰਥੀਆਂ ਉਹਨਾਂ ਨੇ ਸਪਿਟ ਨੂੰ ਨਦੀ ਵਿੱਚ ਖਿਲਾਰ ਦਿੱਤੀਆਂ, ਜਿਹੜੀ ਸੈਬਰਨ ਵਿੱਚ ਵਹਿੰਦੀ ਹੈ, ਜੋ ਇਵੋਨ ਵਿੱਚ ਵਹਿੰਦਾ ਹੈ, ਅਤੇ ਉਸ ਸਮੁੰਦਰ ਵਿੱਚ ਜੋ ਧਰਤੀ ਦੇ ਕੰਢਿਆਂ ਤੇ। ਅਸੀਂ ਜੌਨ ਵਿਕਲਿਪ ਬਾਰੇ ਜਾਣਦੇ ਹਾਂ। ਮੈਨੂੰ ਦੱਸੋ, ਉਸਨੇ ਕਿਹਾ, 1660 ਵਿੱਚ ਦੁਨੀਆ ਦੇ ਨਵਾਬ, ਉਪਸਮੰਤ, ਰਾਜੇ ਅਤੇ ਸ਼ਾਸਕ ਕੌਣ ਸਨ? ਸਾਡੇ ਵਿੱਚੋਂ ਕੁਝ ਲੋਕਾਂ ਨੂੰ ਇੱਕ ਜਾਂ ਦੋ ਦਾ ਪਤਾ ਹੋਵੇਗਾ, ਪਰ ਅਸੀਂ ਸਾਰੇ ਜੌਨ ਬੈਨੀਅਨ ਨੂੰ ਜਾਣਦੇ ਹਾਂ, ਜਿਹੜਾ ਪਰਮੇਸ਼ਰ ਦੇ ਅੰਬਰ ਤੇ ਹਮੇਸ਼ਾ ਲਈ ਚਮਕੇਗਾ। ਮੈਨੂੰ ਦੱਸੋ, ਉਸਨੇ ਕਿਹਾ, 1750 ਵਿੱਚ ਦੁਨੀਆ ਦੇ ਨਵਾਬ, ਉਪਸਮੰਤ ਅਤੇ ਰਾਜਕੁਮਾਰ ਕੌਣ ਸਨ? ਸਾਡੇ ਵਿੱਚੋਂ ਜ਼ਿਆਦਾਤਰ ਨੂੰ ਇਸ ਦਾ ਕੋਈ ਪਤਾ ਨਹੀਂ ਹੈ, ਪਰ ਅਸੀਂ ਜੌਨ ਵੈਸਲੀ ਅਤੇ ਚਾਰਲਸ ਵੈਸਲੀ ਨੂੰ ਜਾਣਦੇ ਹਾਂ
ਅਸੀਂ ਬਾਰ-ਬਾਰ ਪ੍ਰਭੂ ਦੀ ਵਡਿਆਈ ਕਰਨ ਲਈ ਉਹਨਾਂ ਦੇ ਗੀਤ ਗਾਉਂਦੇ ਹਾਂ ਅਤੇ ਉਹਨਾਂ ਨਾਲ ਜਾਰਜ ਵਾਈਟਸ਼ੀਲਡ ਵੀ, ਅਤੇ ਇਹ ਹਨ ਪਰਮੇਸ਼ਰ ਦੇ ਅੰਬਰ ਦੇ ਤਾਰੇ ਜਿਹੜੇ ਹਮੇਸ਼ਾ ਲਈ ਚਮਕਦੇ ਰਹਿਣਗੇ। ਉਹਨਾਂ ਦੇ ਇਨਾਮ ਬਾਰੇ ਸੋਚੋ, ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਚਮਕਣਗੇ। ਕੀ ਇਹ ਰੋਮਾਂਚਕਾਰੀ ਨਹੀਂ ਹੈ ਕਿ ਇਸ ਹਨੇਰੇ ਵਿੱਚ, ਇਸਰਾਏਲ ਦੇ ਭਿਆਨਕ ਘੜੀ ਵਿੱਚ, ਜਦੋਂ ਸਭ ਕੁਝ ਕਾਲਾ ਹੈ ਅਤੇ ਸਭ ਕੁਝ ਧੁੰਦਲਾ ਹੈ ਅਤੇ ਕੋਈ ਉਮੀਦ ਨਹੀਂ, ਇਸ ਸਭ ਦੇ ਵਿੱਚ ਪਰਮੇਸ਼ਰ ਕਹਿੰਦਾ ਹੈ ਕੁਝ ਹੋਣਗੇ ਜਿਹੜੇ ਧਾਰਮਿਕਤਾ ਦੇ ਸਿਖਾਉਣ ਵਾਲੇ ਹੋਣਗੇ ਅਤੇ ਕੁਝ ਸੁਸਮਾਚਾਰ ਦੇ ਪ੍ਰਚਾਰਕ ਹੋਣਗੇ, ਦੂਜਿਆਂ ਨੂੰ ਮਸੀਹ ਵਿੱਚ ਲੈ ਕੇ ਆਉਣ ਵਾਲੇ, ਅਤੇ ਉਹ ਜਿਹੜੇ ਇਸ ਭਿਆਨਕ ਸਮੇਂ ਵਿੱਚ ਵਫਾਦਾਰ ਹੋਣਗੇ ਸਰਬ ਸ਼ਕਤੀਮਾਨ ਪਰਮੇਸ਼ਰ ਦੇ ਵੱਡੇ ਅੰਬਰ ਤੇ ਤਾਰਿਆਂ ਵਾਂਗਰ ਚਮਕਣਗੇ, ਅਤੇ ਉਹਨਾਂ ਦੀ ਚਮਕ ਕਦੀ ਨਹੀਂ ਰੁਕੇਗੀ ਅਤੇ ਤਾਰੇ ਹੋਣ ਦੇ ਨਾਤੇ ਉਹ ਕਦੇ ਨਹੀਂ ਸੜਨਗੇ। ਕੀ ਇਹ ਦਿਲਚਸਪ ਨਹੀਂ ਹੈ ਕਿ ਕਿਵੇਂ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਦੇ ਹਾਂ ਸਾਨੂੰ ਸਾਡੀ ਜ਼ਿੰਦਗੀ ਦੇ ਦ੍ਰਿਸ਼ਟੀਕੋਣ ਮਿਲਦਾ ਹੈ। ਕਈ ਵਾਰ ਮੈਂ ਵੇਖਦਾ ਹਾਂ ਅਤੇ ਅਸੀਂ ਸਾਰੇ ਸੋਚਦੇ ਹਾਂ ਅਸੀਂ ਸਾਡੀਆਂ ਆਪਣੀਆਂ ਜ਼ਿੰਦਗੀਆਂ ਅੰਦਰ ਲੜਾਈ ਕਰਨ ਲਈ ਕਈ ਮੌਕਿਆਂ ਤੇ ਅਜ਼ਮਾਏ ਜਾਂਦੇ ਹਾਂ। ਸਾਡੇ ਲਈ ਦੁਨੀਆ ਦੀ ਥੋੜ੍ਹੀ ਜਿਹੀ ਪ੍ਰਸਿੱਧੀ ਪਾਉਣਾ ਸੌਖਾ ਨਹੀਂ ਹੈ ਜੇ ਅਸੀਂ ਸਾਵਧਾਨ ਨਹੀਂ ਹਾਂ। ਸਿਰਫ ਥੋੜ੍ਹੀ ਜਿਹੀ ਛਲ ਖੇਡਣਾ, ਇੱਧਰ ਉੱਧਰ ਥੋੜ੍ਹਾ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰਕੇ ਉਸ ਪ੍ਰਸਿੱਧੀ ਅਤੇ ਚੌਕਸ ਚੌਧ ਨੂੰ ਹਾਸਲ ਕਰਨਾ ਜੋ ਦੁਨੀਆ ਦਿੰਦੀ ਹੈ। ਮੈਂ ਸੋਚਦਾ ਹਾਂ ਪਰਮੇਸ਼ੁਰ ਜੋ ਸਾਨੂੰ ਕਹੇਗਾ ਉਹ ਇਹ ਹੈ, ਤੈਨੂੰ ਆਪ ਚੋਣ ਕਰਨੀ ਪਵੇਗੀ। ਮੈਂ ਨਹੀਂ ਸੋਚਦਾ ਕਿ ਲੋਕਾਂ ਨਾਲ ਯਿਸੂ ਮਸੀਹ ਬਾਰੇ ਗੱਲ ਕਰਨ ਦੀ ਕੋਈ ਤੁਹਾਡੀ ਆਲੋਚਨਾ ਕਰੇਗਾ। ਸ਼ਾਇਦ ਤੁਸੀਂ ਬਹੁਤ ਸਾਰੇ ਰਸਾਲਿਆਂ ਵਿੱਚ ਨਾ ਆਓ। ਮੈਂ ਹਾਲੇ ਤੱਕ ਕਿਸੇ ਇੱਕ ਵੀ ਸੰਡੇ ਸਕੂਲ ਟੀਚਰ ਦੀ ਵਫਾਦਾਰੀ ਬਾਰੇ ਇੱਕ ਵੀ ਲੇਖ ਨਹੀਂ ਪੜ੍ਹਿਆ। ਪਰ ਮਿੱਤਰੋ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਸਵਰਗ ਵਿੱਚ ਇੱਕ ਪਰਮੇਸ਼ਰ ਹੈ ਜਿਹੜਾ ਕਦੀ ਨਹੀਂ ਭੁੱਲਦਾ ਜੋ ਅਸੀਂ ਉਸ ਲਈ ਕਰਦੇ ਹਾਂ। ਅਸਲ ਵਿੱਚ ਜੇ ਤੁਹਾਨੂੰ ਇਸ ਦਾ ਯਕੀਨ ਨਹੀਂ ਹੈ ਤਾਂ ਸ਼ਾਇਦ ਤੁਹਾਨੂੰ ਮੇਰੇ ਨਾਲ ਇਬਰਾਨੀਆਂ ਦੀ ਪੱਤਰੀ ਵਿੱਚ ਜਾਣਾ ਚਾਹੀਦਾ ਹੈ। ਇਹ ਐਤ ਮੇਰੀ ਮਨਪਸੰਦ ਐਤਾਂ ਵਿੱਚੋਂ ਇੱਕ ਹੈ। ਪਰਮੇਸ਼ੁਰ ਜੋ ਸਾਨੂੰ ਸਿਖਾ ਰਿਹਾ ਹੈ ਉਸ ਦਾ ਨਿਚੋੜ ਕੱਢਣ ਦਾ ਇਹ ਇੱਕ ਵਧੀਆ ਤਰੀਕਾ ਹੈ। ਇਹ ਇੱਕ ਮਹਾਨ ਵਾਅਦਾ ਹੈ। ਜੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਯਾਦ ਕਰਦੇ ਹੋ ਤਾਂ ਸ਼ਾਇਦ ਤੁਸੀਂ ਇਸ ਐਤ ਨੂੰ ਵੀ ਯਾਦ ਕਰਨਾ ਚਾਹੋਗੇ ਕਿ ਅਸੀਂ ਮਿਲ ਕੇ ਉੱਚੀ ਆਵਾਜ਼ ਵਿੱਚ ਇਸ ਨੂੰ ਪੜ੍ਹ ਸਕਦੇ ਹਾਂ। ਕਿਉਂ ਜੋ ਪਰਮੇਸ਼ਰ ਘੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਸ ਦੇ ਨਾਮ ਨਾਲ ਵਿਖਾਇਆ। ਭਾਈ ਤੁਸੀਂ ਸੰਤਾਂ ਦੀ ਸੇਵਾ ਕੀਤੀ, ਨਾਲੇ ਘਰ ਦੇ ਵੀ ਹੋ। ਪਰਮੇਸ਼ਰ ਭੁੱਲਣ ਲਈ ਘੁਨਿਆਈ ਨਹੀਂ, ਉਹ ਚਾਹੁੰਦਾ ਹੈ ਅਤੇ ਉਹ ਤੁਹਾਨੂੰ ਕਦੇ ਵੀ ਇਨਾਮ ਬਿਨਾਂ ਨਹੀਂ ਰਹਿਣ ਦੇਵੇਗਾ। ਇਸ ਅਧਿਆਏ ਵਿੱਚ ਇਨਾਮ ਪਾਏ ਹੋਇਆਂ ਦਾ ਇਹ ਹੀ ਸੱਚਾਈ ਹੈ। ਮੈਨੂੰ ਯਕੀਨ ਹੈ ਤੁਹਾਡੇ ਵਿੱਚੋਂ ਕਈਆਂ ਨੇ 2 ਮਿਸ਼ਨਰੀਆਂ ਦੀ ਕਹਾਣੀ ਸੁਣੀ ਹੋਵੇਗੀ ਜਿਹੜੇ ਯੂਰਪ ਤੋਂ ਇਸ ਦੇਸ਼ ਵਿੱਚ ਵਾਪਸ ਆ ਰਹੇ ਸਨ ਅਤੇ ਇਤਫਾਕ ਨਾਲ ਉਸੇ ਹੀ ਸਮੁੰਦਰੀ ਜਹਾਜ਼ ਵਿੱਚ ਬੈਠੇ ਜਿਸ ਵਿੱਚ ਇੰਗਲੈਂਡ ਦੀ ਰਾਣੀ ਸਫ਼ਰ ਕਰ ਰਹੀ ਸੀ। ਜਿਵੇਂ ਹੀ ਰਾਣੀ ਨਿਊਯਾਰਕ ਦੀ ਬੰਦਰਗਾਹ ਤੇ ਪਹੁੰਚੀ ਤਾਂ ਜਹਾਜ਼ ਦੇ ਸਾਹਮਣੇ ਕਿ ਮੇਅਰ, ਗਵਰਨਰ, ਸਾਰੇ ਬੈਂਡ ਅਤੇ ਹਰ ਤਰ੍ਹਾਂ ਦੀ ਸੁਰੱਖਿਆ ਆ ਪਹੁੰਚੀ। ਜਦੋਂ ਉਹ ਜਹਾਜ਼ ਵਿੱਚੋਂ ਉਤਰੀ ਤਾਂ ਪਰੇਡ ਕੀਤੀ ਗਈ, ਸਾਜ਼ ਵਜਾਏ ਗਏ ਅਤੇ ਹਰ ਤਰ੍ਹਾਂ ਦੀਆਂ ਮਹਾਨ ਸ਼ਖਸੀਅਤ ਉੱਥੇ ਮੌਜੂਦ ਸਨ। ਰਾਣੀ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਮਿਸ਼ਨਰੀ ਉੱਥੇ ਖੜਾ ਰਿਹਾ ਜੋ ਕਿ ਸਮੁੰਦਰ ਜਹਾਜ਼ ਵਿੱਚੋਂ ਉਤਰਨ ਲਈ ਤਿਆਰ ਸੀ। ਉਸ ਨੇ ਇੱਕ ਹੱਥ ਵਿੱਚ ਮੋਟੇ ਊਨੀ ਕੱਪੜੇ ਦਾ ਥੈਲਾ ਫੜਿਆ ਹੋਇਆ ਸੀ ਅਤੇ ਉਸ ਦੀ ਪਤਨੀ ਨੇ ਉਸ ਦੀ ਦੂਜੀ ਬਾਂਹ ਫੜੀ ਹੋਈ ਸੀ ਅਤੇ ਸਾਰੇ ਇੱਕ ਇੱਕ ਕਰਕੇ ਉਤਰਨ ਲੱਗੇ ਅਤੇ ਜਹਾਜ਼ ਵਿੱਚੋਂ ਉਤਰਦੇ ਹੋਏ ਉਹ ਆਪਣੀ ਪਤਨੀ ਵੱਲ ਮੁੜਿਆ ਅਤੇ ਕਿਹਾ, ਸੋਹਣੀਏ, ਕੀ ਤੈਨੂੰ ਅਹਿਸਾਸ ਹੋਇਆ ਕਿ ਅਸੀਂ ਪ੍ਰਭੂ ਯਿਸੂ ਦੀ ਸੇਵਾ ਕਰਦਿਆਂ ਯੂਰਪ ਵਿੱਚ ਸਾਡੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ 4 ਸਾਲ ਗੁਜ਼ਾਰੇ ਅਤੇ ਅਸੀਂ ਘਰ ਕੁਝ ਨਹੀਂ ਲਿਆਏ? ਅਤੇ ਇਹ ਔਰਤ ਜਿਸ ਨੂੰ ਇਹ ਅਹੁਦਾ ਵਿਰਸੇ ਵਿੱਚ ਮਿਲਿਆ ਹੈ ਉਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਨੂੰ ਇਹ ਵਿਰਸੇ ਵਿੱਚ ਮਿਲਿਆ ਹੈ ਅਤੇ ਹਰ ਕੋਈ ਉਸ ਨੂੰ ਵੇਖਣ ਲਈ ਆਇਆ ਹੈ। ਉਹ ਸਮਝਦਾਰ ਅਤੇ ਪਰਮੇਸ਼ਰ ਦਾ ਡਰ ਰੱਖਣ ਵਾਲੀ ਪਤਨੀ ਨੇ ਆਪਣੇ ਪਤੀ ਦਾ ਹੱਥ ਘੁੱਟਿਆ ਅਤੇ ਕਿਹਾ, ਸੋਹਣਿਓ, ਅਸੀਂ ਹਾਲੇ ਘਰ ਨਹੀਂ ਪਹੁੰਚੇ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਅੰਤ ਤੱਕ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 12ਵੇਂ ਅਧਿਆਏ ਦੇ ਉੱਤੇ ਅਸੀਂ ਗੌਰ ਕਰ ਰਹੇ ਸੀ ਅਤੇ ਅਸੀਂ ਜੀ ਉੱਠਣ ਵਾਲਿਆਂ ਦੇ ਬਾਰੇ
ਹੋਰ ਜਾਣਕਾਰੀ ਨੂੰ ਹਾਸਿਲ ਕਰ ਰਹੇ ਸੀ। ਦੋਸਤੋ, ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਾਣ ਰਹੇ ਸੀ ਕਿ ਉਹ ਜੀ ਉੱਠਣ ਵਾਲੇ ਲੋਕ ਕੌਣ ਹਨ। ਅਸੀਂ ਜਾਣਿਆ ਕਿ ਉਹ ਲੋਕ ਹਨ ਜੋ ਪਰਮੇਸ਼ਰ ਦੇ ਲੋਕ ਅਖਵਾਉਂਦੇ ਹਨ। ਅਸੀਂ ਜਾਣਿਆ ਕਿ ਇਹ ਉਹ ਲੋਕ ਹਨ ਜੋ ਮਹਾਕਲੇਸ਼ ਦੇ ਵਿੱਚੋਂ ਬਚਾਏ ਗਏ ਹਨ, ਅਰਥਾਤ ਯਹੂਦੀਆਂ ਦਾ 1/3 ਭਾਗ ਬਚਾਇਆ ਜਾਏਗਾ। ਇਸ ਤੋਂ ਬਾਅਦ ਅਸੀਂ ਜੀ ਉੱਠੇ ਹੋਏ ਲੋਕਾਂ ਦੇ ਬਾਰੇ ਜਾਣਿਆ ਕਿ ਇਹ ਜੀ ਉੱਠੇ ਹੋਏ ਲੋਕ ਕੌਣ ਹਨ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਮਸੀਹ ਜੀ ਉੱਠਣ ਵਾਲਿਆਂ ਵਿੱਚੋਂ ਪਹਿਲਾ ਫਲ ਸੀ। ਬਾਈਬਲ ਬਾਣੀ ਦੱਸਦੀ ਹੈ ਕਿ ਜਿਵੇਂ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠੇ, ਇੱਕ ਦਿਨ ਅਸੀਂ ਵੀ ਮੁਰਦਿਆਂ ਵਿੱਚੋਂ ਜੀ ਉੱਠਾਂਗੇ। ਅਸੀਂ ਜਾਣਿਆ ਕਿ ਕਲੀਸਿਆ ਦੇ ਸਵਰਗ ਦੇ ਵਿੱਚ ਚੁੱਕੇ ਜਾਣ ਵੇਲੇ ਵੀ ਲੋਕ ਜੀ ਉੱਠਣਗੇ ਅਤੇ ਫਿਰ ਵੱਡੇ ਕਲੇਸ਼ ਦੇ ਅੰਤ ਵਿੱਚ ਵੀ ਲੋਕ ਜੀ ਉੱਠਣਗੇ। ਅਸੀਂ ਜਾਣਿਆ ਕਿ ਬਾਈਬਲ 2 ਤਰ੍ਹਾਂ ਦੇ ਲੋਕਾਂ ਦੇ ਜੀ ਉੱਠਣ ਬਾਰੇ ਗੱਲ ਕਰਦੀ ਹੈ। ਬਚੇ ਹੋਏ ਲੋਕ ਉਹ ਲੋਕ ਹਨ ਜੋ ਮਸੀਹ ਦੀ ਕਲੀਸਿਆ ਵਿੱਚੋਂ ਆਉਂਦੇ ਹਨ ਅਤੇ ਪੁਰਾਣੇ ਨੇਮ ਦੇ ਸੰਤ ਵੀ ਬਚਾਏ ਗਏ ਲੋਕ ਹਨ। ਬਚੇ ਹੋਏ ਲੋਕਾਂ ਦੇ ਜੀ ਉੱਠਣ ਦੇ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜਿਹੜੇ ਇੱਕ ਵੱਡੇ ਕਲੇਸ਼ ਦੇ ਵਿੱਚੋਂ ਹੋ ਕੇ ਗੁਜ਼ਰੇ ਸਨ। ਇਹ ਉਹ ਲੋਕ ਹਨ ਜੋ ਜਿਉਂਦੇ ਹੋ ਕੇ ਮਸੀਹ ਯਿਸੂ ਜੀ ਦੇ ਨਾਲ 1000 ਸਾਲ ਤੱਕ ਰਾਜ ਕਰਨਗੇ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਅਤੇ ਤੁਹਾਨੂੰ ਬਹੁਤ ਸਾਰੀ ਬਰਕਤ ਵੀ ਮਿਲੀ ਹੋਵੇਗੀ। ਜੇਕਰ ਹਾਂ ਤਾਂ ਸਾਨੂੰ ਖੁਸ਼ੀ ਹੋਵੇਗੀ ਜੇਕਰ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ। ਤੁਸੀਂ ਹੁਣੇ ਸਾਨੂੰ ਫੋਨ ਕਰਕੇ ਆਪਣੇ ਅਨੁਭਵ ਨੂੰ ਦੱਸ ਸਕਦੇ ਹੋ। ਸਾਡੇ ਸਲਾਹਕਾਰ ਤੁਹਾਡੇ ਨਾਲ ਗੱਲਬਾਤ ਕਰਨ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰਨਗੇ। ਉਹ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਨ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ ਕਿਉਂਕਿ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਹੋ ਗਿਆ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਅੱਜ ਦੇ ਵਚਨ ਦੇ ਲਈ ਕਿ ਤੁਸੀਂ ਸਾਨੂੰ ਪ੍ਰਭੂ ਜੀ ਉਹਨਾਂ ਲੋਕਾਂ ਬਾਰੇ ਦੱਸਿਆ ਜਿਹੜੇ ਲੋਕ ਪਿਤਾ ਪਰਮੇਸ਼ਰ ਬਚਾਏ ਜਾਣਗੇ। ਤੁਸੀਂ ਦੱਸਿਆ ਕਿ ਬਹੁਤ ਸਾਰੇ ਲੋਕ ਕਲੀਸਿਆ ਦੇ ਵਿੱਚੋਂ ਹੋਣਗੇ ਜਿਹੜੇ ਪ੍ਰਭੂ ਜੀ ਕਲੀਸਿਆ ਦੇ ਉਠਾਏ ਜਾਣ ਦੇ ਸਮੇਂ ਤੁਹਾਡੇ ਨਾਲ ਹੋਣਗੇ। ਬਹੁਤ ਸਾਰੇ ਲੋਕ ਜੀ ਉੱਠਣ ਵਾਲੇ ਲੋਕ ਹੋਣਗੇ। ਇਹ ਉਹ ਲੋਕ ਹੋਣਗੇ ਜਿਹੜੇ ਕਬਰਾਂ ਵਿੱਚੋਂ ਨਿਕਲ ਕੇ ਤੁਹਾਡੇ ਨਾਲ ਮੇਲ ਮਿਲਾਪ ਕਰਨਗੇ ਅਤੇ ਬਹੁਤ ਸਾਰੇ ਲੋਕ ਉਹ ਹੋਣਗੇ ਜੋ ਪ੍ਰਭੂ ਜੀ ਮਹਾਕਲੇਸ਼ ਤੋਂ ਨਿਕਲ ਕੇ ਆਪਣੇ ਆਪ ਨੂੰ ਇਹ ਸਾਬਿਤ ਕਰਦੇ ਹੋਏ ਕਿ ਤੁਸੀਂ ਉਹਨਾਂ ਦੇ ਪ੍ਰਭੂ ਹੋ, ਤੁਸੀਂ ਉਹਨਾਂ ਦੇ ਮੁਕਤੀਦਾਤਾ ਹੋ। ਪ੍ਰਭੂ ਜੀ ਇੱਕ ਬਲੀਦਾਨ ਦੇ ਰੂਪ ਵਿੱਚ ਪ੍ਰਭੂ ਜੀ ਆਪਣੇ ਆਪ ਨੂੰ ਦੇ ਕੇ ਤੁਹਾਡੇ ਕੋਲ ਪਹੁੰਚਣਗੇ। ਤੁਸੀਂ ਉਹਨਾਂ ਨੂੰ ਇੱਕ ਵੱਡਾ ਇਨਾਮ ਬਖਸ਼ੋਗੇ ਪ੍ਰਭੂ, ਉਹਨਾਂ ਦਾ ਸਨਮਾਨ ਕਰੋਗੇ। ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਇਹਨਾਂ ਸਾਰੇ ਵਚਨਾਂ ਵਾਸਤੇ। ਪਿਆਰੇ ਪਿਤਾ ਪਰਮੇਸ਼ਵਰ, ਸਾਡੀ ਪ੍ਰਾਰਥਨਾ ਹੈ ਕਿ ਸਾਡੇ ਜੀਵਨ ਦੇ ਵਿੱਚ ਅਗਰ ਇਹੋ ਜਿਹੀ ਮੁਸੀਬਤਾਂ ਆਉਂਦੀਆਂ ਤਾਂ ਤੁਸੀਂ ਸਾਡੇ 'ਤੇ ਕਿਰਪਾ ਕਰੋ ਕਿ ਅਸੀਂ ਉਹਨਾਂ ਮੁਸੀਬਤਾਂ ਦੇ ਵਿੱਚ ਵਿਸ਼ਵਾਸ ਵਿੱਚ ਮਜ਼ਬੂਤੀ ਨਾਲ ਖੜੇ ਰਹੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਤੁਹਾਡੀ ਹਰ ਇੱਕ ਆਸ਼ੀਸ਼ ਤੇ ਬਰਕਤ ਦੇ ਲਈ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।